हाँ जी स्टूडेंट, ਅੱਜ ਅਸੀਂ ਸਟਾਰਟ ਕਰਾਂਗੇ ਐਨੀਮਲ ਕਿੰਗਡਮ ਦਾ ਸੈਕੰਡ ਪਾਰਟ। ਅਸੀਂ ਕਲਾਸੀਫਿਕੇਸ਼ਨ ਕਰ ਚੁੱਕੇ ਸੀ, ਬੇਸਿਕ ਜਿਹੜੀ ਕਲਾਸੀਫਿਕੇਸ਼ਨ ਅਸੀਂ ਠੀਕ ਹੈ ਸੈਲੂਲਰ ਲੈਵਲ ਕਰ ਚੁੱਕੇ ਸੀ, ਟਿਸ਼ੂ ਲੈਵਲ ਆਰਗੇਨਾਈਜੇਸ਼ਨ ਕਰ ਚੁੱਕੇ ਸੀ, ਆਰਗਨ ਲੈਵਲ ਤੇ ਆਰਗਨ ਸਿਸਟਮ ਅਸੀਂ ਕਰ ਚੁੱਕੇ ਸੀ, ਇਹ ਵੀ ਅਸੀਂ ਕਰ ਚੁੱਕੇ ਸੀ ਪਿਛਲੀ ਕਲਾਸ 'ਚ। ਅੱਜ ਅਸੀਂ ਕਰਾਂਗੇ ਜਿਹੜੀ ਬੇਸਿਸ ਆਫ ਕਲਾਸੀਫਿਕੇਸ਼ਨ ਦੇ ਵਿੱਚ ਲੈਵਲ ਆਫ ਆਰਗੇਨਾਈਜੇਸ਼ਨ ਦੇ ਵਿੱਚ देख सकते हैं ਅਸੀਂ organ system of different animals show complexities। ਠੀਕ ਹੈ, ਜਿਵੇਂ ਅਸੀਂ ਗੱਲ ਕਰ ਸਕਦੇ ਹਾਂ ਵੀ ਜਿਹੜੇ organ system of level of organization ਹੁੰਦੀ ਹੈ ਨਾ, ਜਿਹਦੇ ਵਿੱਚ organ system ਹੁੰਦਾ, ਜਿਵੇਂ ਇੱਕ organ system ਹੈ, ਜਿਵੇਂ ਅਸੀਂ ਗੱਲ ਕਰੀਏ ਇੱਕ digestive system ਆ ਗਿਆ, ਠੀਕ ਹੈ, ਇੱਕ circulatory system ਆ ਗਿਆ, ਠੀਕ ਹੈ, respiratory system ਆ ਗਿਆ, ਇੱਕ excretory system ਹੋਗਾ, these all are the organ system ਨੇ। ਠੀਕ ਹੈ, ਜਦੋਂ ਇਹ organ systems combine ਹੋ ਜਾਂਦੇ ਨੇ, ਇੱਕ ਲੈਵਲ ਦੇ ਵਿੱਚ ਕੰਮ ਕਰਦੇ ਨੇ, ਇੱਕ ਕੰਟੀਨਿਊਸ ਕੰਮ ਕਰਦੇ ਨੇ। ਠੀਕ ਹੈ, ਜਿਵੇਂ ਅਸੀਂ ਹਿਊਮਨ ਦੇ ਵਿੱਚ ਗੱਲ ਕਰਦੇ ਹਾਂ, ਸਾਡਾ organ system level of organization ਹੈ, ਮੀਨ ਟੂ ਸੇ ਦੈਟ ਸਾਡਾ ਅਸੀਂ ਕੰਪਲੀਟ ਆਰਗੇਨਿਜ਼ਮ, ਸਾਡੇ ਵਿੱਚ ਜਿਹੜੇ ਸਾਰੇ organ systems ਨੇ, ਜਿਹੜੇ ਸਾਡੇ systems ਨੇ organ ਦੇ, ਉਹ ਸਾਰੇ ਇੱਕ ਦੂਜੇ ਦੇ ਨਾਲ ਲਿੰਕ ਨੇ। ਠੀਕ ਹੈ, ਸਭ ਦੀ ਲਿੰਕਿੰਗ ਹੈ, ਹਰ ਇੱਕ ਦੀ ਜਿਹੜੀ organ system ਦੀ ਫੰਕਸ਼ਨਿੰਗ ਹੈ ਉਹ ਲਿੰਕੇਜ ਹੈ ਇੱਕ ਦੂਜੇ ਨਾਲ। ਸੋ ਅਸੀਂ ਉਹੀ ਗੱਲ ਕਰ ਰਹੇ ਹਾਂ। ਸੋ ਇਹਦੇ ਵਿੱਚ ਕੰਪਲੈਕਸਿਟੀ ਆਉਂਦੀ ਹੈ। ਜਿਵੇਂ ਅਸੀਂ ਡਾਇਜੈਸਟਿਵ ਸਿਸਟਮ ਦੀ ਗੱਲ ਕਰੀਏ, ਠੀਕ ਹੈ, ਡਾਇਜੈਸਟਿਵ ਸਿਸਟਮ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਦੇਖੋ ਅਸੀਂ ਡਾਇਜੈਸਟਿਵ ਸਿਸਟਮ ਦੀ ਗੱਲ ਕਰ ਰਹੇ ਹਾਂ, ਕਹਿੰਦੇ ਡਾਇਜੈਸਟਿਵ ਸਿਸਟਮ ਵੀ ਅੱਗੇ ਟੂ ਟਾਈਪਸ ਆਉਂਦੇ, ਉਹ ਕਿਵੇਂ, ਇੱਕ ਇਨਕੰਪਲੀਟ, ਇੱਕ ਕੰਪਲੀਟ। ਇਨਕੰਪਲੀਟ ਮਤਲਬ ਕੰਪਲੀਟ ਨਹੀਂ ਹੈ, ਜਿਸ ਦੇ ਵਿੱਚ ਸਿਰਫ ਇੱਕ ਓਪਨਿੰਗ ਹੈ, ਤੇ ਉਹੀ ਓਪਨਿੰਗ ਜਿਹੜੀ ਓਪਨਿੰਗ ਕਿਹਦੇ ਵਾਸਤੇ ਹੁੰਦੀ ਹੈ, ਇਨਟੇਕ ਕਰਨ ਦੇ ਲਈ, ਇੰਜੈਸ਼ਨ ਦੇ ਲਈ। ਜਿਵੇਂ ਤੁਸੀਂ ਓਪਨਿੰਗ ਸਿਰਫ ਇੱਕ ਹੈ, ਉਹਦੇ ਵਿੱਚ ਹੀ ਜਿਹੜੀ ਹੈ ਇੰਜੈਸ਼ਨ ਹੋਗੀ, ਤੇ ਉਹਦੇ ਥਰੂ ਹੀ ਇਜੈਸ਼ਨ ਹੋਊ, ਮਤਲਬ ਐਕਸਕ੍ਰੀਸ਼ਨ ਵੀ ਉਹਦੇ ਥਰੂ ਹੋਊਗੀ ਤੇ ਇੰਜੈਸ਼ਨ ਵੀ ਉਹਦੇ ਥਰੂ। ਮਤਲਬ ਇਹ ਇੱਕ ਪਾਈਪ ਦੇ ਫਾਰਮ ਦੇ ਵਿੱਚ ਨਹੀਂ ਹੈਗਾ ਵੀ ਇੱਕ ਐਂਡ ਖੁੱਲਾ ਸਾਡਾ ਤਾਂ ਦੂਸਰੇ ਐਂਡ ਦੇ ਵਿੱਚ ਐਕਸਕ੍ਰੀਸ਼ਨ ਹੋ ਜੂ। ਮਤਲਬ ਇੱਕ ਸਾਈਡ ਤੋਂ ਅਸੀਂ ਕੀ ਗਿਆ, ਜਿਵੇਂ ਮੈਂ ਕਿਹਾ ਵੀ ਇੱਕ ਸਾਈਡ ਤੋਂ ਸਾਡਾ, ਠੀਕ ਹੈ, ਵੀ ਇੱਕ ਸਾਈਡ ਤੋਂ ਮੇਰਾ ਦੇਖੋ ਇਹ ਪਾਈਪ ਹੈ, ਠੀਕ ਹੈ, ਵੀ ਇੱਕ ਸਾਈਡ ਤੋਂ ਮੈਂ ਫੂਡ ਇਨਟੇਕ ਕਰ ਲਿਆ ਤੇ ਇਧਰਲੀ ਸਾਈਡ ਐਕਸਕ੍ਰੀਟ ਹੋ ਗਿਆ। ਇਹ ਸਿਸਟਮ ਨਹੀਂ ਹੈਗਾ ਇਨਕੰਪਲੀਟ 'ਚ। ਇਨਕੰਪਲੀਟ 'ਚ ਕੀ ਸਿਸਟਮ ਹੈਗਾ, ਇਨਕੰਪਲੀਟ 'ਚ ਇਹ ਸਿਸਟਮ ਹੈਗਾ, ਦੇਖੋ ਇਨਕੰਪਲੀਟ 'ਚ ਇਹ ਸਿਸਟਮ ਹੈ ਵੀ ਇਧਰੋਂ ਹੀ ਇਹ ਇੱਥੇ ਓਪਨਿੰਗ ਹੈ, ਆਹ ਓਪਨਿੰਗ ਦੇ ਵਿੱਚ ਐਂਟਰ ਕਰ ਰਿਹਾ ਫੂਡ, ਤਾਂ ਇਹੀ ਸੀ ਓਪਨਿੰਗ 'ਚੋਂ ਬਾਹਰ ਜਾਊਗਾ ਫੂਡ। ਠੀਕ ਹੈ, ਇਹ ਸਿਸਟਮ ਹੁੰਦਾ ਜਿਹੜਾ ਇਨਕੰਪਲੀਟ ਡਾਈਜੈਸ਼ਨ ਜੀ ਹੁੰਦੀ ਹੈ। ਠੀਕ ਹੈ ਜੀ, ਸਾਡੀ ਸਿਸਟਮ ਹੁੰਦਾ ਜਿਹੜਾ, ਤੇ ਕੰਪਲੀਟ ਦੇ ਵਿੱਚ ਉਹੀ ਹੈ ਸਿਸਟਮ ਵੀ ਦੋ ਓਪਨਿੰਗਸ ਹੋਣਗੀਆਂ, ਜਿਹਦੇ ਵਿੱਚ ਇੱਕ ਪਾਸੇ ਇੰਜੈਸ਼ਨ ਹੋਊਗੀ, ਇੱਕ ਪਾਸੇ ਐਕਸਕ੍ਰੀਸ਼ਨ ਹੋਊ, ਮਤਲਬ ਇਸ ਫੂਡ ਇਨਟੇਕ ਹੋਊਗਾ। ਵੀ ਮਤਲਬ ਇਹਨੂੰ ਕੰਪਲੀਟ ਮੰਨਦੇ ਨੇ ਵੀ ਜਦੋਂ ਦੋ ਓਪਨਿੰਗਸ ਹੋਣ, ਜਿਹਦੇ ਵਿੱਚ ਇੱਕ ਓਪਨਿੰਗ ਥਰੂ ਇੰਜੈਸ਼ਨ ਹੋਵੇ ਤੇ ਦੂਜੀ ਥਰੂ ਇਜੈਸ਼ਨ ਹੋਵੇ। ਠੀਕ ਹੈ, ਉਸ ਤੋਂ ਬਾਅਦ ਸਰਕੂਲੇਟਰੀ ਸਿਸਟਮ ਦੀ ਗੱਲ ਕਰਦੇ ਹਾਂ ਵੀ ਸਰਕੂਲੇਟਰੀ ਸਿਸਟਮ ਵੀ ਓਪਨ ਹੁੰਦਾ ਤੇ ਕਲੋਜ਼ਡ ਹੁੰਦਾ। ਠੀਕ ਹੈ ਜੀ, ਚਲੋ ਆਪਾਂ ਅੱਗੇ ਚੱਲਦੇ ਹਾਂ। ਅੱਗੇ ਸਿਮਟਰੀ ਦੀ ਗੱਲ ਕਰਦੇ ਹਾਂ। ਸੈਕਿੰਡ ਜਿਹੜੀ ਬੇਸਿਸ ਆਫ ਕਲਾਸੀਫਿਕੇਸ਼ਨ ਸੀ, ਅਸੀਂ ਸਿਮਟਰੀ ਦੀ ਗੱਲ ਕਰਦੇ ਹਾਂ ਵੀ ਉਹਨਾਂ ਦੀ ਸਿਮਟਰੀ ਕਿਸ ਟਾਈਪ ਦੀ ਹੈ। ਠੀਕ ਹੈ, ਸਾਡੇ ਕੋਲ ਸਿਮਟਰੀ ਜਿਹੜੀ ਹੁੰਦੀਆਂ ਨੇ ਦੋ ਟਾਈਪਸ ਦੀ ਅਸੀਂ ਮੇਨ ਗੱਲ ਕਰਦੇ ਹਾਂ, ਇੱਕ ਰੇਡੀਅਲ ਹੁੰਦੀ, ਇੱਕ ਬਾਇਲੇਟਰਲ ਹੁੰਦੀ ਹੈ। ਸਭ ਤੋਂ ਪਹਿਲਾਂ ਸਿਮਟਰੀ ਦੀ ਗੱਲ ਕਰਦੇ ਹਾਂ ਵੀ ਸਿਮਟਰੀ ਹੁੰਦਾ ਕੀ। ਸਿਮਟਰੀ ਦੇਖੋ, ਇੱਕ ਸਿਮਟਰੀ ਇੱਕ ਸਮਝ ਲਈ ਅਸੀਂ ਇਹ ਇੱਕ ਪ੍ਰੋਸੈਸ ਹੈ ਅਸੀਂ ਜਿਹਦੇ ਵਿੱਚ ਅਸੀਂ ਇੱਕ ਆਰਗੇਨਿਜ਼ਮ ਨੂੰ ਜਾਂ ਕਿਸੇ ਵੀ ਆਬਜੈਕਟ ਨੂੰ ਅਸੀਂ ਜੇ ਦੋ ਪਾਰਟਸ 'ਚ ਕੱਟ ਦਈਏ ਤਾਂ ਉਹ ਇਕੁਅਲ ਪਾਰਟਸ ਹੋਣ, ਮਤਲਬ ਦੋ ਇਕੁਅਲ ਪਾਰਟਸ ਦੇ ਵਿੱਚ ਕੱਟ ਸਕੀਏ ਤਾਂ ਉਹ ਸਿਮਟਰੀ ਹੁੰਦੀ ਹੈ। ਮੀਨ ਟੂ ਸੇ ਦੈਟ ਸਿਮਟਰੀ ਦੇਖੋ ਇੱਕ ਹਿਊਮਨ ਬੀਂਗ ਹੈ, ਦੇਖੋ ਇਹਨਾਂ ਨੇ ਹਿਊਮਨ ਬੀਂਗ ਕੱਟਿਆ ਹੋਇਆ, ਦੇਖੋ ਹਿਊਮਨ ਬੀਂਗ ਦੇ ਵਿੱਚ ਇਹ ਕੱਟ ਲਗਾਤਾ ਤਾਂ ਦੇਖੋ ਇੱਧਰਲਾ ਜਿਹੜਾ ਹਾਫ ਪੋਰਸ਼ਨ ਹੈ ਉਹ ਵੀ ਸੇਮ ਹੈ, ਇੱਧਰਲਾ ਹਾਫ ਪੋਰਸ਼ਨ ਵੀ। ਮਤਲਬ ਅਸੀਂ ਇੱਕ ਆਬਜੈਕਟ ਨੂੰ, ਹਿਊਮਨ ਬੀਂਗ ਕਿਸੇ ਨੂੰ ਵੀ ਅਸੀਂ ਜੇ ਕੱਟੀਏ ਇੱਕ ਤਾਂ ਜਿਹੜੇ ਉਹਦੇ ਦੋ ਪਾਰਟਸ ਹੋਣਗੇ ਉਹ ਅਗਰ ਸਿਮਿਲਰ ਹੋਣਗੇ ਤਾਂ ਉਹਦੇ ਵਿੱਚ ਅਸੀਂ ਕਹਿੰਦੇ ਹਾਂ ਸਿਮਟਰੀ ਹੈ। ਠੀਕ ਹੈ, ਵੀ ਮਤਲਬ ਅਸੀਂ ਦੋ ਪਾਰਟਸ 'ਚ ਉਹਨੂੰ ਡਿਵਾਈਡ ਇਕੁਅਲੀ ਡਿਵਾਈਡ ਕਰ ਸਕੀਏ ਕਿਸੇ ਚੀਜ਼ ਨੂੰ ਤਾਂ ਅਸੀਂ ਕਹਿੰਦੇ ਹਾਂ ਉਹਦੇ ਵਿੱਚ ਸਿਮਟਰੀ ਹੈ। ਜਿਵੇਂ ਅਸੀਂ ਆਹ ਦੇਖ ਸਕਦੇ ਹਾਂ, ਬਟ ਜਿਵੇਂ ਅਸੀਂ ਆਹ ਟਰੀ ਦੀ ਗੱਲ ਕਰੀਏ ਇਹਦੇ ਵਿੱਚ ਸਿਮਟਰੀ ਨਹੀਂ ਹੈਗੀ, ਇਸ ਕਰਕੇ ਅਸਿਮਟਰਿਕ ਲਿਖਿਆ ਕਿਉਂਕਿ ਅਸੀਂ ਇਹਨੂੰ ਦੋ ਇਕੁਅਲ ਪਾਰਟਸ 'ਚ ਡਿਵਾਈਡ ਨਹੀਂ ਕਰ ਪਾਉਂਦੇ। ਇਹਨੂੰ ਕਰ ਸਕਾਂਗੇ ਜਿਹੜਾ ਦੇਖੋ ਆਹ ਸ਼ੇਪ ਦੇਖੋ ਸਿਮਟਰੀਕਲ ਸ਼ੇਪ ਅਸੀਂ ਦੋ ਇਕੁਅਲ ਪਾਰਟਸ 'ਚ ਡਿਵਾਈਡ ਕਰ ਸਕਦੇ ਹਾਂ। ਹਰਟ ਹੈ ਜਿਹੜਾ ਇਹਦੇ ਵਿੱਚ ਵੀ ਕੋਈ ਸਿਮਟਰੀ ਨਹੀਂ ਹੈਗੀ, ਕਿਤੇ ਦੇਖੋ ਇੱਧਰਲੀ ਸਾਈਡ ਆਰਟਰੀਜ਼ ਵਗੈਰਾ ਹੈ, ਇੱਧਰ ਨਹੀਂ ਹੈ। ਠੀਕ ਹੈ, ਇਹ ਸਿਸਟਮ ਹੈ, ਮਤਲਬ ਇਹਦੇ ਵਿੱਚ ਸਿਮਟਰੀ ਹੈ। ਠੀਕ ਹੈ, ਇਹਦੇ ਵਿੱਚ ਸਿਮਟਰੀ ਆ ਗਈ, ਦੇਖੋ ਬਾਇਲੇਟਰਲ ਸਿਮਟਰੀ। ਇਹ ਤੁਹਾਨੂੰ ਦੱਸੂਗਾ ਅੱਗੇ ਬਾਇਲੇਟਰਲ ਰੇਡੀਅਲ ਕੀ ਹੁੰਦਾ। ਠੀਕ ਹੈ, ਪਹਿਲੀ ਗੱਲ ਸਿਮਟਰੀਕਲ ਸਾਨੂੰ ਪਤਾ ਹੈ ਜਿਹਦੇ ਵਿੱਚ ਅਸੀਂ ਦੋ ਇਕੁਅਲ ਹਾਫ ਦੇ ਵਿੱਚ ਡਿਵਾਈਡ ਨਹੀਂ ਕਰ ਪਾਉਂਦੇ, ਜਿਵੇਂ ਐਗਜ਼ਾਮਪਲ ਪੋਰੀਫੈਰਾ ਤੇ ਸਨੇਲਸ। ਠੀਕ ਹੈ, ਪੋਰੀਫੈਰਾ ਸਨੇਲਸ ਅਸੀਂ ਇਹਨਾਂ ਦੀ ਗੱਲ ਕਰਦੇ, ਇਹਨਾਂ ਨੂੰ ਅਸੀਂ ਡਿਵਾਈਡ ਨਹੀਂ ਕਰ ਪਾਉਂਦੇ ਦੋ ਇਕੁਅਲ ਪਾਰਟਸ 'ਚ, ਬਟ ਇਹਦੇ ਵਿੱਚ ਜਿਹੜੀ ਸਿਮਟਰੀਕਲ ਦੇ ਵਿੱਚ ਅਸੀਂ ਬੋਡੀ ਪਾਰਟਸ ਨੂੰ ਡਿਵਾਈਡ ਕਰ ਸਕਦੇ ਹਾਂ ਟੂ ਸਿਮਿਲਰ ਪਾਰਟਸ ਦੇ ਵਿੱਚ। ਠੀਕ ਹੈ ਜੀ, ਚਲੋ ਅੱਗੇ ਅਸੀਂ ਦੋ ਤਰ੍ਹਾਂ ਦੀ ਸਾਡੇ ਕੋਲ ਸਿਮਟਰੀ ਆਉਂਦੀ ਹੈ, ਇੱਕ ਰੇਡੀਅਲ ਸਿਮਟਰੀ, ਇੱਕ ਬਾਇਲੇਟਰਲ ਸਿਮਟਰੀ। ਰੇਡੀਅਲ ਸਿਮਟਰੀ 'ਚ ਕੀ ਹੁੰਦਾ ਹੈਗਾ ਵੀ ਰੇਡੀਅਲ ਸਿਮਟਰੀ ਦੇ ਵਿੱਚ ਅਸੀਂ ਕੀ ਕਰੀਏ ਵੀ ਇੱਕ ਸਾਡੇ ਕੋਲ ਆਬਜੈਕਟ ਹੈ, ਠੀਕ ਹੈ, ਉਹਨੂੰ ਅਸੀਂ ਕੀ ਕਰੀਏ ਉਹਦੇ ਵਿੱਚੋਂ ਅਸੀਂ ਜਿਹੜੇ ਉਹਦੇ ਸੈਂਟਰ ਦੇ ਵਿੱਚੋਂ ਇੱਕ ਸੈਂਟਰ ਲਗਾ ਲਿਆ ਵੀ ਅਸੀਂ ਇਹਦੇ ਥਰੂ ਸੈਂਟਰ ਦੇ ਵਿੱਚੋਂ ਅਸੀਂ ਕਿੰਨੇ ਵੀ ਹੈ ਜਿਹੜੇ
ਅਸੀਂ ਪਾਸ ਕਰਵਾ ਸਕਦੇ ਹਾਂ ਕਿ ਪਲੇਨਸ ਅਸੀਂ ਉਹਨੂੰ ਇਕੁਅਲੀ ਡਿਵਾਈਡ ਕਰ ਸਕਦੇ ਹਾਂ। ਅਸੀਂ ਮਤਲਬ ਕੋਸ਼ਿਸ਼ ਕਰੋ ਕਿੰਨੇ ਮਰਜ਼ੀ ਪਲੇਨਸ ਤੁਸੀਂ ਕੱਟ ਸਕਦੇ ਹਾਂ, ਠੀਕ ਹੈ। ਅਸੀਂ ਉਹਨੂੰ ਇਕੁਅਲ ਪਾਰਟਸ ਦੇ ਸਟਾਰਫਿਸ਼ ਦੀ ਗੱਲ ਕਰਦੇ ਹਾਂ, ਠੀਕ ਹੈ। ਜਿਵੇਂ ਸਟਾਰਫਿਸ਼ ਦੀ ਲਾ ਲਓ, ਠੀਕ ਹੈ। ਅਸੀਂ ਚਾਹੇ ਇਹਨੂੰ ਐ ਕੱਟ ਲਈਏ, ਚਾਹੇ ਐ ਕੱਟ ਲਈਏ, ਚਾਹੇ ਕਿਵੇਂ ਮਰਜ਼ੀ ਕੱਟ ਲਈਏ, ਠੀਕ ਹੈ। ਵੀ ਸੈਂਟਰ 'ਚ ਟੱਪਣਾ ਚਾਹੀਦਾ ਸਾਡਾ, ਠੀਕ ਹੈ। ਅਸੀਂ ਇਹਦੇ ਵਿੱਚ ਅਸੀਂ ਕਹਿੰਦੇ ਹਾਂ ਰੇਡੀਅਲ ਸਿਮੈਟਰੀ ਆ। ਦੇਖੋ ਹੇਅਰ ਬੋਡੀ ਕੈਨ ਬੀ ਡਿਵਾਈਡਡ ਇਨਟੂ ਟੂ ਇਕੁਅਲ ਹਾਫਸ ਬਾਈ ਐਨੀ ਵਰਟੀਕਲ ਪਲੇਨ। ਵੀ ਵਰਟੀਕਲ ਪਲੇਨ ਮਤਲਬ ਅਸੀਂ ਐਂ ਕਰ ਲਈ, ਚਾਹੇ ਐਂ ਕਰ ਲਈ, ਚਾਹੇ ਐਂ ਕਰ ਲਈ, ਚਾਹੇ ਐਂ ਕਰ ਲਈ, ਕਿਵੇਂ ਮਰਜ਼ੀ ਵਰਟੀਕਲ ਪਲੇਨ ਅਸੀਂ ਉਹਦੇ ਵਿੱਚ ਐਂਟਰ ਕਰਾ ਦਈਏ। ਮਤਲਬ ਮੇਰੀ ਕੋਈ ਬੋਡੀ ਹੈ, ਉਹਦੇ ਵਿੱਚ ਉੱਪਰੋਂ ਮੈਂ ਕਿਵੇਂ ਵੀ ਇੱਧਰੋਂ ਸਾਡੇ ਕੋਲ ਜਿਵੇਂ ਆਹ ਸਕੁਅਰ ਹੈ, ਠੀਕ ਹੈ। ਇਹਨੂੰ ਮੈਂ ਕਰ ਲਾਂ, ਐਂ ਕਰ ਲਾਂ, ਐਂ ਕਰ ਲਾ, ਵੀ ਕਿਵੇਂ ਵੀ ਅਸੀਂ ਉਹਦੇ ਚੋਂ ਵਰਟੀਕਲ ਪਲੇਨ ਦੇ ਵਿੱਚ ਅਸੀਂ ਉਹਨੂੰ ਟੂ ਇਕੁਅਲ ਪਾਰਟਸ 'ਚ ਕੱਟ ਸਕਦੇ। ਜਿਵੇਂ ਐਗਜ਼ਾਮਪਲ ਦੇ ਤੌਰ ਤੇ ਅਸੀਂ ਗੱਲ ਕਰੀਏ ਪੋਰੀਫੈਰਾ ਕਨੀਡੇਰੀਆ, ਠੀਕ ਹੈ। ਸਿਲੈਂਟਰੇਟਸ ਵੀ ਕਹਿ ਦਿੰਦੇ ਅਸੀਂ ਕਨੀਡੇਰੀਆ ਨੂੰ, ਠੀਕ ਹੈ। ਟਿਨੋਫੋਰਸ ਆ ਗਏ, ਠੀਕ ਹੈ। ਸੋਗਲਾ ਫਾਈਲਮ ਹੁੰਦਾ। ਫਿਰ ਇਕੁਇਨੋਡਰਮਸ, ਠੀਕ ਹੈ। ਇਕੁਇਨੋਡਰਮਸ ਅਡਲਟ ਦੀ ਗੱਲ ਕਰੀਏ ਜੇ ਅਸੀਂ, ਠੀਕ ਹੈ। ਇਕੁਇਨੋਡਰਮਸ ਜਿਹੜੇ ਹੈਗੇ ਸਾਡੇ ਅਡਲਟ, ਜਿਵੇਂ ਸਟਾਰਫਿਸ਼ ਹੈ, ਸਟੈਰਿਸ ਜਿਹਨੂੰ ਅਸੀਂ ਕਹਿੰਦੇ ਗੱਲ ਕਰੀ ਸੀ, ਇਹਦੇ ਵਿੱਚ ਰੇਡੀਅਲ ਸਿਮੈਟਰੀ ਹੈ। ਆ ਦੇਖੋ, ਆ ਜਿਹੜਾ ਇਹ ਦੇਖੋ ਇੱਥੇ ਕਿਵੇਂ ਆ, ਦੇਖੋ ਵਰਟੀਕਲ ਪਲੇਨ 'ਚ ਉੱਪਰੋਂ ਪਲੇਨ ਕੱਟਿਆ, ਸਾਈਡ ਤੋਂ ਪਲੇਨ ਕੱਟਿਆ, ਵੀ ਇਹ ਸਾਡੇ ਜਿਹੜੇ ਵਰਟੀਕਲ ਪਲੇਨਸ ਹੋ ਗਏ, ਠੀਕ ਹੈ। ਜਿਵੇਂ ਗਮਲਾ ਲਗਾ ਲਓ, ਠੀਕ ਹੈ। ਗਮਲੇ ਦੀ ਐਗਜ਼ਾਮਪਲ ਦਿੱਤੀ ਹੈ, ਅਸੀਂ ਗਮਲੇ ਨੂੰ ਚਾਹੇ ਅਸੀਂ ਇਸ ਪੋਰਸ਼ਨ ਕੱਟ ਦਈਏ, ਚਾਹੇ ਐਂ ਕੱਟ ਦਈਏ, ਠੀਕ ਹੈ। ਵਰਟੀਕਲ ਪਲੇਨਸ ਹੋ ਗਏ, ਠੀਕ ਹੈ ਸਾਡੇ। ਸੋ ਇਸ ਇਹ ਟਾਈਪ ਦੀ ਸਿਮੈਟਰੀ ਨੂੰ ਅਸੀਂ ਕਹਿੰਦੇ ਰੇਡੀਅਲ ਸਿਮੈਟਰੀ ਕਹਿ ਦਿੰਦੇ ਹਾਂ, ਠੀਕ ਹੈ ਜੀ। ਤੇ ਹੁਣ ਅਸੀਂ ਗੱਲ ਕਰੀਏ ਜੇ ਬਾਇਲੇਟਰਲ ਸਿਮੈਟਰੀ ਦੀ ਗੱਲ ਕਰੀਏ ਜੇ, ਹੁਣ ਅਸੀਂ ਬਾਇਲੇਟਰਲ ਸਿਮੈਟਰੀ ਦੀ ਗੱਲ ਕਰਦੇ ਹਾਂ। ਬਾਇਲੇਟਰਲ ਸਿਮੈਟਰੀ 'ਚ ਕੀ ਹੁੰਦਾ ਹੈਗਾ, ਹੇਅਰ ਬੋਡੀ ਕੈਨ ਬੀ ਡਿਵਾਈਡਡ, ਹੇਅਰ ਬੋਡੀ ਕੈਨ ਬੀ ਡਿਵਾਈਡਡ ਇਨਟੂ ਰਾਈਟ ਐਂਡ ਲੈਫਟ ਹਾਫਸ ਓਨਲੀ ਇਨ ਵਨ ਪਲੇਨ। ਵੀ ਇਹਦੇ ਵਿੱਚ ਤਾਂ ਅਸੀਂ ਕਿੰਨੇ ਵੀ ਪਲੇਨ ਦੇ ਵਿੱਚ ਵਰਟੀਕਲ ਪਲੇਨ ਕਿੰਨੇ ਮਰਜ਼ੀ ਟਪਾ ਸਕਦੇ ਹਾਂ, ਬਟ ਇਹਦੇ ਵਿੱਚ ਕੀ ਹੈ, ਅਸੀਂ ਦੋ ਇਕੁਅਲ ਪਾਰਟਸ 'ਚ ਡਿਵਾਈਡ ਕਰ ਸਕਦੇ ਹਾਂ, ਬਟ ਸਿਰਫ ਇੱਕ ਪਲੇਨ ਹੀ ਟਪਾਉਣਾ ਹੈ। ਅਸੀਂ ਸਿਰਫ ਇੱਕ ਪਲੇਨ ਦੇ ਨਾਲ ਹੀ ਅਸੀਂ we will cut our object or our body or organism in through only a single plane, ਠੀਕ ਹੈ। ਵੀ ਆ ਦੇਖੋ, ਆ ਦੇਖੋ, ਇਹ ਸਾਡੇ ਕੋਲ ਕੇਕੜਾ ਹੈ, ਠੀਕ ਹੈ। ਇਹਨੂੰ ਅਸੀਂ ਕਿਵੇਂ ਸਿਰਫ ਇੱਕ ਪਲੇਨ ਦੇ ਵਿੱਚੋਂ, ਆ ਦੇਖੋ ਸੈਂਟਰ 'ਚ ਪਾਰਟ ਜਿਹੜਾ ਹੈਗਾ ਇਹਨੂੰ ਡਿਵਾਈਡ ਕਰ ਰਹੇ ਹਾਂ, ਠੀਕ ਹੈ। ਸੈਂਟਰ 'ਚ ਇੱਕ ਪਲੇਨ ਹੀ ਸਾਡਾ ਕ੍ਰੋਸ ਹੋ ਰਿਹਾ, ਇਸ ਕਰਕੇ ਇੱਕ ਪਲੇਨ ਦੇ ਵਿੱਚ ਹੀ ਇਹਦੇ ਵਿੱਚ ਅਸੀਂ ਇਕੁਅਲ ਪਾਰਟਸ 'ਚ ਡਿਵਾਈਡ ਕਰ ਸਕਦੇ ਹਾਂ। ਹੋਰ ਕੋਈ ਸਾਡੇ ਕੋਲ ਆਪਸ਼ਨ ਨਹੀਂ ਹੈਗਾ, ਮੈਥਡ ਨਹੀਂ ਹੈਗਾ, ਇਹ ਹੈ, ਠੀਕ ਹੈ। ਇਹ ਚੀਜ਼ ਇਹਨੂੰ ਵੀ ਅਸੀਂ ਇੱਕ ਪਲੇਨ ਦੇ ਵਿੱਚ ਹੀ ਕੱਟ ਸਕਦੇ ਹਾਂ, ਉੱਪਰੋਂ ਜੇ ਅਸੀਂ ਨੀਚੇ ਨੂੰ ਇਹਦੇ ਪਲੇਨ ਲਗਾ ਕੇ ਕੱਟ ਕਰੀਏ, ਠੀਕ ਹੈ। ਸੋ ਇਹ ਐਗਜ਼ਾਮਪਲ ਕਿਹਦੇ ਵਿੱਚ ਆਉਂਦੀ ਹੈ, ਪਲੈਟੀਹੈਲਮਿਨਥਸ ਤੋਂ ਲੈ ਕੇ ਕੋਰਡੇਟਸ ਤੱਕ, ਠੀਕ ਹੈ। ਪਲੈਟੀਹੈਲਮਿਨਥਸ ਫਾਈਲਮ ਤੋਂ ਲੈ ਕੇ ਕੋਰਡੇਟਾ ਤੱਕ ਜਿਹੜੇ ਵੀ ਸਾਡੇ ਸਾਰੇ ਆਉਂਦੇ ਨੇ, ਐਕਸੈਪਟ ਉਹਦੇ ਵਿੱਚ ਇਕੁਇਨੋਡਰਮੇਟਾ ਕੱਟਦਾ, ਕਿਉਂਕਿ ਇਕੁਇਨੋਡਰਮੇਟਾ ਇਹਦੇ ਵਿੱਚ ਆ ਜਾਂਦਾ ਸਾਡੇ, ਕਿਹਦੇ ਵਿੱਚ ਰੇਡੀਅਲ ਸਿਮੈਟਰੀ 'ਚ ਆ ਜਾਂਦਾ, ਠੀਕ ਹੈ। ਜਿਵੇਂ ਸਟੈਰਿਸ ਵਗੈਰਾ, ਸਟਾਰਫਿਸ਼ ਵਗੈਰਾ ਦੀ ਅਸੀਂ ਗੱਲ ਕਰੀ ਸੀ, ਓਕੇ। ਚਲੋ ਆਪਾਂ ਹੁਣ ਅੱਗੇ ਸਲਾਈਡ ਤੇ ਚੱਲਦੇ ਹਾਂ ਜੀ। ਹੁਣ ਰੇਡੀਅਲ ਸਿਮੈਟਰੀ ਦੀ ਹੋਰ ਐਗਜ਼ਾਮਪਲ ਦਿੱਤੀ ਹੈ, ਦੇਖੋ ਸਾਡੇ ਕੋਲ ਆਹ ਇਸ ਤਰ੍ਹਾਂ ਦਾ ਆਰਗੇਨਿਜ਼ਮ ਹੈ, ਠੀਕ ਹੈ ਜੀ। ਹੁਣ ਦੇਖੋ ਇਹਦੇ ਵਿੱਚ ਦੇਖੋ, ਇਹਨੂੰ ਉੱਪਰੋਂ ਕੱਟਦਾ, ਸਾਈਡ ਤੋਂ ਕੱਟਦਾ, ਕਿਵੇਂ ਮਰਜ਼ੀ ਕੱਟ ਲਓ, ਠੀਕ ਹੈ। ਸਾਡਾ ਡਿਵਾਈਡ ਹੋ ਜਾਊਗਾ ਇੱਕ ਤੋਂ ਵੱਧ ਪਲੇਨ ਦੇ ਵਿੱਚ ਉਹ ਕੱਟੀਏ ਤਾਂ ਉਹ ਰੇਡੀਅਲ ਸਿਮੈਟਰੀ ਹੁੰਦੀ ਹੈ, ਜਦੋਂ ਸਿਰਫ ਇੱਕ ਪਲੇਨ 'ਚ ਕੱਟੀਏ ਤਾਂ ਉਹ ਬਾਇਲੇਟਰਲ ਹੁੰਦੀ ਹੈ। ਲੇਕਿਨ ਸਾਡੇ ਕੋਲ ਆਹ ਦੇਖੋ, ਇਹਦੇ ਵਿੱਚ ਸਿਰਫ ਇੱਕ ਪਲੇਨ ਦੇ ਵਿੱਚ ਹੀ ਕੱਟ ਸਕਦੇ ਹਾਂ, ਠੀਕ ਹੈ। ਸੋ ਇਹ ਪਲੈਟੀਹੈਲਮਿਨਥਸ ਤੋਂ ਲੈ ਕੇ ਕੋਰਡੇਟਾ ਤੱਕ ਹੁੰਦੇ, ਐਕਸੈਪਟ ਇਕੁਇਨੋਡਰਮੇਟਾ, ਠੀਕ ਹੈ ਜੀ। ਹੁਣ ਦੇਖੋ ਸਿਮੈਟਰੀ ਦੀ ਗੱਲ ਹੈ, ਦੇਖੋ ਹੋ ਗਿਆ ਜੀ। ਹੁਣ ਸਿਮੈਟਰੀ ਦੇ ਵਿੱਚ ਕੁਛ ਅਸੀਂ ਟਰਮਸ ਬੋਲਾਂਗੇ, ਵੀ ਡੋਰਸਲੀ ਹੈ, ਵੈਂਟਰਲੀ ਹੈ, ਪੋਸਟੀਰੀਅਰ ਹੈ, ਇੰਟੀਰੀਅਰ ਹੈ, ਠੀਕ ਹੈ। ਹੁਣ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ ਕੀ ਹੁੰਦਾ ਹੈ। ਦੇਖੋ ਜਿਵੇਂ ਛਿਪਕਲੀ ਲਗਾ ਲਈ, ਠੀਕ ਹੈ ਜੀ। ਇਹ ਰਪਟਾਈਲ ਹੈ, ਰਪਟਾਈਲ ਫਾਈਲਮ, ਉਹਦੇ ਵਿੱਚ ਰਪਟਾਈਲ 'ਚ ਆਊਗਾ ਸਾਡੇ, ਰਪਟਾਈਲ ਵਾਲੀ ਵਿੱਚ, ਠੀਕ ਹੈ ਜੀ। ਸੋ ਇਹ ਰਪਟਾਈਲਸ ਹਾਂ ਕੋਆਰਡੀਨੇਟਸ ਹੁੰਦੇ ਨੇ, ਠੀਕ ਹੈ। ਇਹ ਰਪਟਾਈਲਸ ਦੇ ਵਿੱਚ ਕੀ ਹੁੰਦਾ ਹੈਗਾ, ਜਿਹੜਾ ਉੱਪਰਲਾ ਪੋਰਸ਼ਨ ਹੈ ਇਹਦਾ, ਜਿਹੜਾ ਉੱਪਰਲਾ ਪੋਰਸ਼ਨ ਹੈ ਜਿਹੜਾ, ਠੀਕ ਹੈ। ਇਹਨੂੰ ਅਸੀਂ ਕੀ ਕਹਿੰਦੇ ਡੋਰਸਲ, ਜਿਹੜਾ ਅਬਵ ਹੁੰਦਾ ਹੈਗਾ, ਠੀਕ ਹੈ। ਜਿਵੇਂ ਸਾਡੀ ਢੂਹੀ ਹੈ, ਪਿਛਲਾ ਪੋਰਸ਼ਨ ਹੈ, ਬੈਕ ਹੈ, ਉਹਨੂੰ ਅਸੀਂ ਕੀ ਕਹਿੰਦਾ ਡੋਰਸਲ ਕਹਿਤਾ, ਠੀਕ ਹੈ ਜੀ। ਉਹ ਡੋਰਸਲ। ਬਟ ਜਿਹੜਾ ਸਾਡਾ ਅਗਲਾ ਪੋਰਸ਼ਨ ਹੈ, ਠੀਕ ਹੈ, ਚੈਸਟ ਵਾਲਾ ਪੋਰਸ਼ਨ ਆ ਜਾਂਦਾ, ਉਹਨੂੰ ਅਸੀਂ ਵੈਂਟਰਲ ਕਹਿਤਾ। ਜਿਵੇਂ ਇਹ ਛਿਪਕਲੀ ਦਾ ਇਹਦਾ ਉੱਪਰਲਾ ਜਿਹੜਾ ਪਾਰਟ ਹੈ ਸਲਿਜ਼ਰਡ ਦਾ, ਉਹ ਡੋਰਸਲ ਹੀ ਹੈ, ਠੀਕ ਹੈ। ਇਸ ਰਪਟਾਈਲ ਦਾ ਡੋਰਸਲ ਹੈ ਉੱਪਰਲਾ, ਨਿਚਲਾ ਪਾਰਟ ਅਸੀਂ ਵੈਂਟਰਲ ਕਹਿ ਦਿੰਦੇ ਹਾਂ। ਤੇ ਜਿਹੜਾ ਮੂੰਹ ਵਾਲਾ ਪਾਸਾ ਹੈਗਾ, ਫੇਸ ਵਾਲਾ ਪਾਸਾ ਹੈਗਾ, ਮਾਊਥ ਵਾਲਾ ਪਾਸਾ ਸਾਈਡ ਹੈ, ਉਹਨੂੰ ਅਸੀਂ ਕੀ ਕਹਿੰਦੇ ਐਂਟੀਰੀਅਰ, ਵੀ ਅੱਗੇ ਵਾਲਾ ਪੋਰਸ਼ਨ। ਤੇ ਜਿਹੜਾ ਪਿਛਲਾ ਪਾਸਾ ਹੁੰਦਾ ਹੈਗਾ, ਬੈਕ ਵਾਲਾ ਪਾਸਾ ਜਿਹੜਾ ਹੁੰਦਾ ਹੈਗਾ ਪਾਰਟ ਹੁੰਦਾ, ਉਹਨੂੰ ਅਸੀਂ ਕਹਿੰਦੇ ਪੋਸਟੀਰੀਅਰ ਕਹਿੰਦੇ ਹਾਂ, ਠੀਕ ਹੈ ਜੀ। ਤੇ ਜਿਹੜੇ ਸਾਈਡ ਵਾਲੇ ਉਹਨਾਂ ਨੂੰ ਅਸੀਂ ਲੇਟਰਲ ਕਹਿ ਦਿੰਦੇ ਹਾਂ, ਠੀਕ ਹੈ।
ਇਹ ਲੈਫਟ ਲੇਟਰਲ ਸਾਈਡ ਆ ਗਈ, ਰਾਈਟ ਲੇਟਰਲ ਸਾਈਡ ਅਸੀਂ ਐ ਕਹਿ ਸਕਦੇ ਹਾਂ, ਠੀਕ ਹੈ ਜੀ। ਆ ਸਾਰੀ ਚੀਜ਼ ਦੱਸਿਆ ਗਿਆ, ਠੀਕ ਹੈ। ਨਲ ਔਰ ਟੇਲ ਜਿਹੜੀ ਹੁੰਦੀ ਹੈ, ਟੇਲ ਪਿੱਛੇ ਹੁੰਦੀ ਹੈ, ਇਸ ਕਰਕੇ ਇਹਨੂੰ ਪੋਸਟੀਰੀਅਰ ਐਂਡ ਕਿਹਾ ਗਿਆ, ਠੀਕ ਹੈ ਜੀ। ਇਹਦੇ ਵਿੱਚ ਕੀ ਹੈ, ਬਾਇਲੇਟਰਲ ਸਿਮੈਟਰੀ ਆ, ਠੀਕ ਹੈ। ਅਸੀਂ ਇਹਨੂੰ ਇੱਕ ਪੋਰਸ਼ਨ 'ਚ ਕੱਟ ਸਕਦੇ ਜੀ, ਆ ਸੈਂਟਰ ਜੁਆਇੰਟ ਪਾ ਦਈਏ, ਠੀਕ ਹੈ ਜੀ। ਇਹ ਚੀਜ਼ ਹੈ। ਚਲੋ ਅੱਗੇ ਬੇਸਿਸ ਆਫ ਕਲਾਸੀਫਿਕੇਸ਼ਨ ਦੀ ਗੱਲ ਕਰਦੇ ਹਾਂ। ਔਨ ਦ ਬੇਸਿਸ ਆਫ ਜਰਮੀਨਲ ਲੇਅਰਸ, ਅਸੀਂ ਪਹਿਲਾਂ ਔਰਗਨ ਸਿਸਟਮ ਆਫ ਲੈਵਲ ਉਹ ਸਾਰਾ ਦੇਖ ਲਿਆ ਸੀ, ਆਰਗੇਨਾਈਜੇਸ਼ਨ ਲੈਵਲ ਆਫ ਆਰਗੇਨਾਈਜੇਸ਼ਨ ਦੇਖ ਲਈ, ਦੂਜੀ ਗੱਲ ਸਿਮੈਟਰੀ ਦੇਖ ਲਈ। ਹੁਣ ਤੀਜੀ ਗੱਲ ਆਉਂਦੀ ਸਾਡੀ ਜਰਮੀਨਲ ਲੇਅਰਸ, ਠੀਕ ਹੈ। ਜਰਮੀਨਲ ਲੇਅਰਸ ਕੀ ਹੁੰਦੀਆਂ, ਜਰਮ ਲੇਅਰਸ ਹੁੰਦੀਆਂ ਨੇ, ਠੀਕ ਹੈ। 3 ਲੇਅਰਸ ਹੁੰਦੀਆਂ ਨੇ ਮੇਨ, ਐਕਟੋ, ਐਂਡੋ ਤੇ ਮੀਜ਼ੋ, ਠੀਕ ਹੈ। ਕਿਹੜੀ ਕਿਹੜੀ ਹੁੰਦੀਆਂ ਜੀ ਸਾਡੀ, ਐਕਟੋ, ਐਂਡੋ ਐਂਡ ਮੀਜ਼ੋ, ਠੀਕ ਹੈ ਜੀ। ਮੀਜ਼ੋਡਮ, ਠੀਕ ਹੈ। 3 ਲੇਅਰਸ ਹੁੰਦੇ, ਜਰਮੀਨਲ ਲੇਅਰਸ ਹੁੰਦੀਆਂ ਨੇ ਕਿ ਮੇਨ ਲੇਅਰਸ ਹੁੰਦੀਆਂ ਨੇ, ਇਹਨਾਂ ਤੋਂ ਹੀ ਸਾਡਾ ਜਿਹੜਾ ਕੰਪਲੀਟ ਆਰਗੇਨਿਜ਼ਮ ਦੇ ਬੋਡੀ ਪਾਰਟਸ ਨੇ, ਨੇਲਸ, ਠੀਕ ਹੈ, ਹਾਰਟ, ਠੀਕ ਹੈ, ਹੇਅਰਸ ਹੈ, ਸਕਿਨ ਹੈ, ਇਹ ਸਾਰਾ ਕੁਛ ਹੈ। ਮਤਲਬ ਇਹਨਾਂ ਲੇਅਰਸ ਦੇ ਅਕੋਰਡਿੰਗ ਹੀ ਇਹਨਾਂ ਲੇਅਰਸ ਨੇ ਡਿਵਾਈਡ ਕੀਤਾ ਹੋਇਆ। ਮਤਲਬ ਵੀ ਜਿਵੇਂ ਅਸੀਂ ਕਹੀਏ ਅਲੱਗ-ਅਲੱਗ ਨੇ ਜੀ, ਠੀਕ ਹੈ। ਸਕਿਨ ਵਗੈਰਾ ਅਲੱਗ ਜਿਹੜੀ ਲੇਅਰ ਪ੍ਰੋਡਿਊਸ ਕਰੂਗੀ, ਠੀਕ ਹੈ। ਹੇਅਰਸ ਅਲੱਗ, ਸਕਿਨ, ਹੇਅਰਸ, ਇਹ ਸਾਰਾ ਕੁਛ ਮਤਲਬ ਡਿਫਰੈਂਟ ਲੇਅਰਸ ਕੋਲ ਡਿਵਾਈਡ ਹੈ, ਮਤਲਬ, ਠੀਕ ਹੈ। ਉਹ ਤੁਹਾਨੂੰ ਅੱਗੇ ਆਊਗਾ ਵੀ ਕਿਹੜੀ ਲੇਅਰ ਕੀ ਪ੍ਰੋਡਿਊਸ ਕਰਦੀ ਹੈ, ਠੀਕ ਹੈ, ਕਿਹੜਾ ਪੋਰਸ਼ਨ ਪ੍ਰੋਡਿਊਸ ਕਰਦੀ ਹੈ। ਬਟ ਇੰਨਾ ਧਿਆਨ ਰੱਖੋ ਵੀ ਜਰਮੀਨਲ ਲੇਅਰਸ ਨੇ ਇੱਕ ਇਹ ਫੇਟ ਡਿਸਾਈਡ ਕਰਦੇ ਇੱਕ ਆਰਗੇਨਿਜ਼ਮ ਦੇ ਅੰਦਰ। ਫੇਟ ਮਤਲਬ ਉਹਦੇ ਅੰਦਰ ਕਿਹੜਾ ਮਤਲਬ ਆਰਗਨ ਰਿਲੀਜ਼ ਮਤਲਬ ਪ੍ਰੋਡਿਊਸ ਕਰੂ ਕਿਹੜੀ ਲੇਅਰ, ਠੀਕ ਹੈ। ਇਹ ਉਹਦੀ ਜਰਮੀਨਲ ਲੇਅਰ ਤੋਂ ਡਿਪੈਂਡ ਕਰਦਾ, ਠੀਕ ਹੈ। ਚਲੋ ਹੁਣ ਦੇਖੋ ਅਸੀਂ ਇਹਦੇ ਵਿੱਚ ਕਰਦੇ ਹਾਂ ਗੱਲ, 2 ਤਰ੍ਹਾਂ ਦੇ ਐਨੀਮਲਸ ਜਿਹੜੇ ਹੁੰਦੇ ਨੇ, ਆਰਗੇਨਿਜ਼ਮ ਹੁੰਦੇ ਨੇ। ਇੱਕ ਤਾਂ ਹੁੰਦੇ ਨੇ ਡਿਪਲੋਬਲਾਸਟਿਕ, ਇੱਕ ਟ੍ਰਿਪਲੋਬਲਾਸਟਿਕ। ਡਿਪਲੋਬਲਾਸਟਿਕ ਦਾ ਮਤਲਬ ਕੀ ਹੁੰਦਾ, ਡਿਪਲੋਬਲਾਸਟਿਕ ਮੀਨ ਟੂ ਸੇ ਦੈਟ ਡਾਈ ਮੀਨ ਟੂ ਸੇ ਦੈਟ ਦੋ, ਠੀਕ ਹੈ, ਜਿਹਦੇ ਕੋਲ 2 ਲੇਅਰਸ ਹੋਣ ਸਿਰਫ, ਤੇ ਟਰਾਈ ਮੀਨ ਜਿਨ੍ਹਾਂ ਕੋਲ 3 ਲੇਅਰਸ ਹੋਣ। 3 ਲੇਅਰਸ ਮੀਨਸ ਟੂ ਸੇ ਦੈਟ ਐਕਟੋ, ਐਂਡੋ, ਮੀਜ਼ੋ, ਬਟ ਹੇਅਰ ਇਜ਼ ਫॉर डिप्लोब्लास्टिक ओनली एक्टो एंड एंडो, ठीक है। ਤੇ देयर आर ਲੇਅਰਸ ਆਫ एम्ब्रोए from which all the body organs are formed। ਦੇਖੋ एम्ब्रोए ਦੇ ਵਿੱਚ ਲੇਅਰਸ ਹੁੰਦੇ ਨੇ ਜਿਨ੍ਹਾਂ ਤੋਂ ਸਾਡੇ ਕੰਪਲੀਟ ਆਰਗਨਸ ਬਣਦੇ ਨੇ ਅੱਗੇ। ਸੋ ਬੇਸਡ ਔਨ ਨੰਬਰ ਆਫ ਜਰਮ ਲੇਅਰਸ ਐਨੀਮਲ ਨੂੰ ਅਸੀਂ ਕੀ ਡਿਵਾਈਡ ਕਰਦੇ ਹਾਂ, 2 ਪਾਰਟਸ 'ਚ, ਇੱਕ ਡਿਪਲੋਬਲਾਸਟਿਕ ਹੁੰਦੇ ਨੇ, ਇੱਕ ਟ੍ਰਿਪਲੋਬਲਾਸਟਿਕ। ਆ ਦੇਖੋ ਜੀ, ਆ ਦੇਖੋ ਬਾਹਰਲੀ ਜਿਹੜੀ ਸਾਈਡ ਹੈ ਐਕਟੋ ਹੈ, ਉਸ ਤੋਂ ਅੰਦਰ ਮਿਡਲ ਚ ਮੀਜ਼ੋ ਆਉਂਦੀ ਹੈ, ਜਮਾ ਅੰਦਰਲੀ ਜਿਹੜੀ ਹੁੰਦੀ ਹੈ ਐਂਡੋਡਮ ਹੁੰਦੀ ਹੈ, ਠੀਕ ਹੈ ਜੀ। ਇਹ ਧਿਆਨ ਚ ਰੱਖਣਾ ਸਾਨੂੰ। ਉਸ ਤੋਂ ਬਾਅਦ ਦੇਖੋ ਜੀ, ਬੇਸਿਸ ਆਫ ਕਲਾਸੀਫਿਕੇਸ਼ਨ ਜਰਮੀਨਲ ਲੇਅਰਸ ਦੇ ਵਿੱਚ ਇੱਕ ਡਿਪਲੋਬਲਾਸਟਿਕ ਹੈ, ਇੱਕ ਟ੍ਰਿਪਲੋਬਲਾਸਟਿਕ ਹੈ, ਠੀਕ ਹੈ। ਡਿਪਲੋ ਚ ਅਸੀਂ ਕਿਹਾ ਸੀ ਐਕਟੋ ਤੇ ਐਂਡੋ ਹੋਊਗੀ, ਠੀਕ ਹੈ। ਇਸ ਦੇ ਵਿੱਚ ਐਕਟੋ, ਐਂਡੋ ਤੇ ਮੀਜ਼ੋ ਵੀ ਹੋਊਗੀ, ਠੀਕ ਹੈ। ਦੇਖੋ 2 ਲੇਅਰਸ ਜਰਮਸ ਲੇਅਰ ਹੋਣਗੇ, ਆਊਟਰ ਐਕਟੋਡਮ ਐਂਡ ਇਨਰ ਐਂਡੋਡਮ। In between these layers undifferentiated jelly like layer called mesoglea। mesoglea ਕੀ ਇੱਕ ਲੇਅਰ ਹੈਗੀ ਕਾਦੀ, ਅਨਡਿਫਰੈਂਸ਼ੀਏਟ, ਮਤਲਬ ਉਹ ਸੈਲਸ ਹੋਣਗੇ ਅੰਦਰ ਜਿਹੜੇ ਅਨਡਿਫਰੈਂਸ਼ੀਏਟ ਹੋਣਗੇ, ਮਤਲਬ ਉਹ ਉਹਨਾਂ ਦਾ ਕੋਈ ਫੇਟ ਡਿਸਾਈਡ ਨਹੀਂ ਹੈਗਾ ਵੀ ਉਹਨਾਂ ਨੇ ਕੀ ਬਣਨਾ ਹੈਗਾ। ਅਨਡਿਫਰੈਂਸ਼ੀਏਟ ਹੈ, ਮਤਲਬ ਉਹ ਕੁਛ ਨਹੀਂ ਉਹਨਾਂ ਦਾ ਪਤਾ, ਉਹ ਸੈਲਸ ਸਿੰਪਲੀ ਸੈਲਸ ਨੇ, ਠੀਕ ਹੈ, ਸਿੰਪਲੀਫਾਈਡ ਸੈਲਸ ਨੇ। ਉਹਨਾਂ ਦਾ ਫੇਟ ਨਹੀਂ ਪਤਾ ਸਾਨੂੰ ਵੀ ਉਹ ਕੀ ਬਣਨਗੇ ਅੱਗੇ ਆ ਕੇ, ਉਹ ਕਿਹੜਾ ਆਰਗਨ ਬਣਾਉਣਗੇ, ਕੀ ਕਰਨਗੇ, ਕੀ ਨਾ। ਸਿੰਪਲ ਸੈਲਸ ਪਏ ਨੇ ਵਿਦਾਊਟ ਐਨੀ ਡਿਫਰੈਂਸ਼ੀਏਸ਼ਨ, ਠੀਕ ਹੈ। ਤਾਂ ਕਰਕੇ ਅਸੀਂ ਉਹਨਾਂ ਨੂੰ ਕਹਿ ਦਿੰਦੇ ਹਾਂ ਅਨਡਿਫਰੈਂਸ਼ੀਏਸ਼ਨ, ਵੀ ਜਿਨ੍ਹਾਂ ਦੀ ਕੋਈ ਫੇਟ ਦਾ ਸਾਨੂੰ ਪਤਾ ਨਾ ਹੋਵੇ ਵੀ ਉਹਨਾਂ ਨੇ ਕੀ ਬਣਨਾ, ਉਹ ਸੈਲਸ ਨੇ ਅੱਗੇ ਕਿਹੜਾ ਆਰਗਨ ਬਣਾਉਣਾ, ਮਿਲ ਕੇ ਇਕੱਠਾ ਹੋ ਗਿਆ, ਠੀਕ ਹੈ। ਕੀ ਕਰਨਾ, ਉਹਨਾਂ ਦਾ ਕੀ ਕੰਮ ਹੈ, ਉਹ ਕੁਝ ਨਹੀਂ ਪਤਾ ਸਾਨੂੰ। ਬਸ ਸਿੰਪਲ ਅਨਡਿਫਰੈਂਸ਼ੀਏਟ ਜੈਲੀ ਲਾਈਕ ਲੇਅਰ ਦੇ ਸੈਲਸ ਜਿਹੜੇ ਮੈਸੋਗਲਿਡ ਪ੍ਰੈਜ਼ੈਂਟ ਹੁੰਦੇ, ਠੀਕ ਹੈ। ਇਹ ਕਿਹਦੇ ਵਿੱਚ ਹੁੰਦੇ ਨੇ, ਜਿਹੜੀ ਡਿਪਲੋਬਲਾਸਟਿਕ ਹੈ ਇਹ ਕਨੀਡੀਰੀਆ ਸਿਲੈਂਟਰੇਟਸ ਮੀਨ ਟੂ ਸੇ ਦੈਟ ਤੇ ਟਿਨੋਫੋਰਾ ਜਿਹੜਾ 3rd ਲੈਵਲ ਤੇ ਸਾਡਾ ਫਾਈਲ ਹੁੰਦਾ, ਤੇ ਜਿਹੜਾ ਕਨੀਡੀਰੀਆ ਜਿਹੜਾ ਸਾਡਾ 2nd ਪੋਜੀਸ਼ਨ ਹੁੰਦਾ, ਠੀਕ ਹੈ ਜੀ। ਉਸ ਤੋਂ ਬਾਅਦ ਟ੍ਰਿਪਲੋਬਲਾਸਟਿਕ ਦੇ ਅਗਰ ਟ੍ਰਿਪਲੋਬਲਾਸਟਿਕ ਇਹਨਾਂ ਦੇ ਵਿੱਚ ਹੁਣ ਅਸੀਂ ਕਿਹਾ ਮੀਜ਼ੋਡਮ ਵੀ ਹੁੰਦੀ ਹੈ। ਮੀਜ਼ੋਡਮ ਵਿਚਾਲੜੀ ਹੁੰਦੀ ਹੈ ਲੇਅਰ, ਮਿਡਲ ਲੇਅਰ ਹੁੰਦੀ ਹੈ ਮੀਜ਼ੋ ਫੋਰ ਮਿਡਲ, ਠੀਕ ਹੈ। ਵਿੱਚ ਵਿਚਾਲੇ ਜਿਹੜੀ ਲੇਅਰ ਹੋਊਗੀ ਉਹਨੂੰ ਮੀਜ਼ੋ ਕਹਿ ਦਿੰਦੇ ਆ। ਦੇਖੋ ਫਿਰ ਬਾਹਰਲੀ ਐਕਟੋ, ਅੰਦਰਲੀ ਐਂਡੋ। ਐਂਡੋ ਮਤਲਬ ਅੰਦਰਲੀ, ਐਂਡੋ ਐਕਟੋ ਬਾਹਰਲੀ, ਤੇ ਵਿਚਾਲੜੀ ਜਿਹੜੀ ਮਿਡਲ ਵਾਲੀ ਉਹ ਮੀਜ਼ੋਡਮ ਹੋ ਗਈ, ਠੀਕ ਹੈ। ਦੇਖੋ ਐਕਟੋ, ਐਂਡੋ, ਮੀਜ਼ੋ, ਠੀਕ ਹੈ ਜੀ। ਇਹ 3 ਜਿਹੜੀ ਉਹਨੂੰ ਪਲੈਟੀ, ਇਹ ਦੇਖੋ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਹੁੰਦੇ, ਇਹ ਪਲੈਟੀ ਹੈਲਮਿੰਥਸਿਸ ਤੋਂ ਲੈ ਕੇ ਕੋਰਡੇਟਸ ਤੱਕ ਸਾਰੇ ਸਾਡੇ ਜਿਹੜੇ ਐਨੀਮਲਸ ਨੇ ਉਹ ਟ੍ਰਿਪਲੋਬਲਾਸਟਿਕ ਹੋਣਗੇ, ਠੀਕ ਹੈ ਜੀ। ਅੱਗੇ ਅਸੀਂ ਗੱਲ ਕਰੀਏ ਕਲਾਸੀਫਿਕੇਸ਼ਨ ਦੀ ਔਨ ਦ ਬੇਸਿਸ ਆਫ ਸਿਲੋਮ, ਬੋਡੀ ਕੈਵਿਟੀ, ਠੀਕ ਹੈ। ਬੋਡੀ ਕੈਵਿਟੀ ਮਤਲਬ ਸਾਡੇ ਕੋਈ ਵੀ ਜਿਹੜੇ ਅੰਦਰ ਕੁਝ ਵੀ ਆਰਗਨਸ ਨੇ ਉਹਨਾਂ ਦੇ ਵਿੱਚ ਕੈਵਿਟੀ ਹੈ, ਠੀਕ ਹੈ। ਉਹਨਾਂ ਦੇ ਵਿੱਚ ਖਾਲੀ ਸਪੇਸ ਹੈ, ਠੀਕ ਹੈ। ਉਸ ਖਾਲੀ ਸਪੇਸ ਨੂੰ, ਠੀਕ ਹੈ, ਉਹ ਖਾਲੀ ਸਪੇਸ ਨੂੰ ਅਸੀਂ ਕੀ ਕਹਿੰਦੇ ਹਾਂ, ਕੈਵਿਟੀ ਕਹਿੰਦੇ ਹਾਂ, ਠੀਕ ਹੈ। ਕੋਈ ਵੀ ਚੀਜ਼
ਕੀ ਕਹਿੰਦੇ ਕੈਵਿਟੀ ਕਹਿੰਦੇ, ਠੀਕ ਹੈ। ਜੋ ਖਾਲੀ ਸਪੇਸ ਹੋਵੇ ਸਾਡੇ ਔਰਗਨਸ ਦੇ ਵਿੱਚ ਹੁੰਦੀ ਹੈ, ਜਿਵੇਂ ਸਾਡੇ, ਠੀਕ ਹੈ, ਸਟਮਕ 'ਚ ਹੋਊਗੀ, ਚਲੋ ਖਾਲੀ ਸਪੇਸ, ਉਹ ਬਾਕੀ ਅਲੱਗ ਤੋਂ ਗੱਲ ਹੈ, ਫਲੂਇਡਸ ਵਗੈਰਾ ਨਾਲ ਫਿਲ ਹੁੰਦਾ ਹੈਗਾ, ਲੇਕਿਨ ਖਾਲੀ ਜਗ੍ਹਾ ਹੈ ਸਾਡੇ ਅੰਦਰ, ਠੀਕ ਹੈ। ਸਾਡੇ ਅੰਦਰ ਬੋਡੀ ਕਾਫੀ ਮਤਲਬ ਵੇਕੈਂਟ ਸਪੇਸ ਪਈ ਹੁੰਦੀ ਸਾਡੇ ਔਰਗਨਸ ਦੇ ਵਿੱਚ, ਠੀਕ ਹੈ। ਲੀਵਰ ਵਗੈਰਾ 'ਚ ਹੋ ਗਿਆ, ਇਹ ਵੇਕੈਂਟ, ਇਹ ਕੈਵਿਟੀਜ਼ ਹੁੰਦੀਆਂ ਨੇ, ਠੀਕ ਹੈ। ਡਿਫਰੈਂਟ ਡਿਫਰੈਂਟ ਟਾਈਪ ਦੀਆਂ ਸੀ ਐਨੀਮਲਸ 'ਚ ਹੁੰਦੀਆਂ ਨੇ ਕਾਫੀ, ਠੀਕ ਹੈ। ਅਸੀਂ ਗੱਲ ਕਰਦੇ ਹਾਂ ਮਲਸਕ 'ਚ ਆਊਗੀ, ਠੀਕ ਹੈ, ਕੈਵਿਟੀ ਆਊ, ਮਲਸਕ 'ਚ ਆਊਗੀ, ਐਨੇਲਿਡਾ, ਇਹਨਾਂ ਸਾਰਿਆਂ 'ਚ ਜਿਹੜੀਆਂ ਕੈਵਿਟੀਜ਼ ਆਉਣਗੀਆਂ। ਕੈਵਿਟੀ ਮਤਲਬ ਖਾਲੀ ਜਗ੍ਹਾ ਜਿਹੜੀ ਅੰਦਰ ਹੁੰਦੀ ਹੈ, ਠੀਕ ਹੈ। ਉਹ ਬਕਾਇਦਾ ਉਹ ਫਲੂਇਡ ਨਾਲ ਫਿਲ ਹੋ ਸਕਦੀ ਹੈ ਜਾਂ ਨਹੀਂ ਵੀ ਹੋ ਸਕਦੀ, ਠੀਕ ਹੈ, ਕਿਸੇ ਟਿਸ਼ੂ ਨਾਲ ਫਿਲ ਹੋਊਗੀ। ਖਾਲੀ ਜਗ੍ਹਾ ਜਿਹੜੀ ਹੁੰਦੀ ਸਾਡੀ ਕੈਵਿਟੀ ਹੁੰਦੀ ਹੈ। ਜੇ ਉਹ ਹੁਣ ਇੱਕ ਹੋਰ ਗੱਲ ਇੰਪੋਰਟੈਂਟ ਧਿਆਨ 'ਚ ਰੱਖੋ ਵੀ ਜੇ ਸਾਡੀ ਉਹ ਕੈਵਿਟੀ ਕਿਹਦੇ ਨਾਲ ਲਾਈਨਡ, ਮੀਜ਼ੋਡਮ, ਮੀਜ਼ੋਡਮ ਲਾਈਨਿੰਗ ਅਸੀਂ ਕਿਹਾ ਮੀਜ਼ੋਡਮ ਇੱਕ ਜਰਮ ਲੇਅਰ ਹੈ। ਜੇ ਸਾਡੀ ਕੈਵਿਟੀ ਹੈ, ਧਿਆਨ ਦਿਓ, ਸਾਡੀ ਕੈਵਿਟੀ ਹੈ ਉਹ ਕਿਹਦੇ ਨਾਲ ਲਾਈਨਡ ਹੈ, मैंने क्या था ਮੀਜ਼ੋਡਮ, ਆ ਗਈ ਹੈ ਮੀਜ਼ੋਡਮ ਲੇਅਰ ਹੈ, ਇਹ ਮੇਰੀ ਕੈਵਿਟੀ ਹੈ, ਆ ਕੈਵਿਟੀ ਹੈ, ਇਹ ਮੀਜ਼ੋਡਮ ਦੇ ਨਾਲ ਲੇਅਰਡ ਹੈ, ਵੀ ਆਸੇ ਪਾਸੇ ਮੀਜ਼ੋਡਮ ਹੈ, ਤਾਂ ਅਸੀਂ ਉਹ ਕੈਵਿਟੀ ਨੂੰ ਕੀ ਕਹਾਂਗੇ, ਟਰੂ ਕੈਵਿਟੀ, ਟਰੂ ਕੈਵਿਟੀ, ਜਾਂ ਅਸੀਂ ਕਹਾਂਗੇ ਟਰੂ ਸਿਲੋਮ ਨੇ, ਉਹ ਵੀ ਟਰੂ ਸਿਲੋਮ ਹੈ। ਸਿਲੋਮ ਮੀਨਸ ਕੈਵਿਟੀ, ਵੀ ਟਰੂ ਕੈਵਿਟੀ ਹੈ ਜਦੋਂ ਮੀਜ਼ੋਡਮ ਦੇ ਨਾਲ ਕਵਰਡ ਹੋਗੀ, ਠੀਕ ਹੈ। ਇਟ ਇਜ਼ ਬਿਟਵੀਨ, ਕੀ ਕਹਿ ਰਿਹਾ ਦੇਖੋ, ਇਟ ਇਜ਼ ਸੀਨ ਬਿਟਵੀਨ ਬੋਡੀ ਵਾਲ ਐਂਡ ਗੱਟ ਵਾਲ, ਠੀਕ ਹੈ। ਸਾਡੀ ਬੋਡੀ ਵਾਲ ਜਿਹੜੀ ਹੁੰਦੀ ਹੈ ਇੱਕ ਤਾਂ, ਤੇ ਗੱਟ ਵਾਲ ਸਾਡੀ ਜਿਹੜੀ ਇੰਟੈਸਟਾਈਨ ਵਗੈਰਾ ਦੀ ਹੁੰਦੀ ਹੈ, ਜਾਂ ਸਾਡੀ ਐਲੀਮੈਂਟਰੀ ਕਨਾਲ ਦੀ ਜਿਹੜੀ ਵਾਲ ਹੁੰਦੀ ਹੈ, ਉਹਦੇ ਵਿਚਾਲੇ ਸਾਨੂੰ ਇਹ ਸਾਰੀ ਕੈਵਿਟੀ ਦੇਖਣ ਨੂੰ ਮਿਲਦੀ ਹੈ, ਠੀਕ ਹੈ ਜੀ। ਦੇਖੋ ਸਿਲੋਮ ਸੈਪਰੇਟਸ ਦ ਮਸਲ ਐਂਡ ਆਫ ਗਟਸ ਐਂਡ ਬੋਡੀ ਵਾਲ, ਠੀਕ ਹੈ। ਜਿਹੜੇ ਗੱਟ ਦੇ ਸਾਡੇ ਮਸਲਸ ਹੁੰਦੇ ਨੇ, ਸਾਡੀ ਗੱਟ ਜਿਹੜੀ ਹੈ ਸਾਰੀ ਡਾਈਜੈਸਟਿਵ ਸਿਸਟਮ ਦੀ ਜਿਹੜੀ ਸਾਰੀ ਗੱਟ ਹੈ, ਮਾਊਥ ਤੋਂ ਲੈ ਕੇ ਐਨਸ ਤੱਕ ਸਾਡੇ ਸਾਰੇ ਜਿਹੜੇ ਵੀ ਮਸਲਸ ਵਗੈਰਾ ਹੁੰਦੇ ਉਹਨੂੰ ਸੈਪਰੇਟ ਕਰਦੀ ਹੈ ਜਿਹੜੀ ਕੈਵਿਟੀ, ਕਿਹਦੇ ਥਰੂ, ਬੋਡੀ ਵਾਲ ਦੇ ਨਾਲੋਂ, ਠੀਕ ਹੈ। ਸੋ ਬੇਸਡ ਔਨ ਨੇਚਰ ਆਫ ਸਿਲੋਮ ਐਨੀਮਲਸ ਆਰ 3 ਟਾਈਪਸ, ਠੀਕ ਹੈ। 3 ਤਰ੍ਹਾਂ ਦੇ ਐਨੀਮਲਸ ਹੁੰਦੇ ਨੇ, ਕਿਹਦੇ ਬੇਸਿਸ ਤੇ, ਸਿਲੋਮ ਕੈਵਿਟੀ ਦੇ ਬੇਸਿਸ ਤੇ। ਇੱਕ ਤਾਂ ਸਿਲੋਮੇਟਸ ਹੋ ਗਏ, ਇੱਕ ਸੀਡੋਸਿਲੋਮੇਟਸ ਹੋ ਗਏ, ਇੱਕ ਸਿਲੋਮੇਟਸ ਹੋ ਗਏ, ਠੀਕ ਹੈ। ਇਹ ਸਾਨੂੰ ਅੱਗੇ ਦੱਸੂਗਾ ਵੀ ਕੀ ਹੁੰਦਾ ਹੈਗਾ ਅਗਲੀ ਸਲਾਈਡ ਦੇ ਵਿੱਚ, ਠੀਕ ਹੈ ਜੀ। ਬਸ ਇੰਨਾ ਧਿਆਨ ਰੱਖੋ ਇੱਕ ਵਾਰ, 3 ਟਾਈਪਸ ਹੁੰਦੇ ਨੇ, ਸਿਲੋਮੇਟ, ਸੀਡੋਸਿਲੋਮੇਟ ਤੇ ਸਕਲੇ ਸਿਲੋਮੇਟਸ, ਜਿਹੜੇ ਟਰੂ ਸਿਲੋਮੇਟਸ ਅਸੀਂ ਜਿਨ੍ਹਾਂ ਨੂੰ ਕਹਿ ਦਿੰਦੇ ਹਾਂ, ਠੀਕ ਹੈ ਜੀ। ਚਲੋ ਜੀ, ਹੁਣ ਦੇਖੋ ਸਿਲੋਮੇਟ, ਸੀਡੋਸਿਲੋਮੇਟ ਤੇ ਸਿਲੋਮੇਟਸ, ਹੁਣ ਅਸੀਂ ਇਹਨਾਂ ਦੀ ਗੱਲ ਕਰਾਂਗੇ। ਦੇਖੋ ਕੀ ਹੁੰਦਾ ਹੈਗਾ ਅਸਿਲੋਮੇਟਸ, ਜਿਨ੍ਹਾਂ ਦੇ ਵਿੱਚ ਨੋ ਸਿਲੋਮੇਟ, ਜਦੋਂ ਨੋ ਹੁੰਦਾ ਹੈ ਮਤਲਬ ਕੁਛ ਨਹੀਂ ਹੈਗਾ ਤਾਂ ਲਗਾ ਦਿੰਦੇ ਆਪਾਂ, ਠੀਕ ਹੈ। ਲਗਾਤਾ ਤਾਂ ਅਸਿਲੋਮੇਟ, ਜਿਹਦੇ ਵਿੱਚ ਕੋਈ ਕੈਵਿਟੀ ਨਹੀਂ ਹੋਊਗੀ, ਠੀਕ ਹੈ, ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ, ਅਸਿਲੋਮੇਟਸ। ਦੇਖੋ ਦ ਸਪੇਸ ਬਿਟਵੀਨ ਬੋਡੀ ਵਾਲ ਐਂਡ ਡਾਈਜੈਸਟਿਵ ਕੈਵਿਟੀਜ਼ ਫਿਲਡ ਵਿਦ ਮੈਟ੍ਰਿਕਸ ਪੈਰਨਕਾਈਮਾ, ਮਤਲਬ ਸੈਲਸ ਵਗੈਰਾ ਦੇ ਨਾਲ ਫਿਲਡ ਹੋਊਗੀ, ਖਾਲੀ ਨਹੀਂ ਹੋਊਗੀ ਕੈਵਿਟੀ ਕੋਈ ਵੀ ਸਾਡੇ ਕੋਲ ਇੱਥੇ, ਪਰ ਜਿਹੜੀ ਕੈਵਿਟੀ ਉਹ ਫਿਲਡ ਅਪ ਹੋਊਗੀ। ਜੇ ਕੈਵਿਟੀ ਖਾਲੀ ਹੈ ਤਾਂ ਅਸੀਂ ਟਰੂ ਸਿਲੋਮੇਟਸ ਕਹਾਂਗੇ, ਬਟ ਜੇ ਕੈਵਿਟੀ ਇੱਥੇ ਖਾਲੀ ਨਹੀਂ ਹੈਗੀ, ਇੱਥੇ ਕੈਵਿਟੀ ਖਾਲੀ ਨਹੀਂ ਹੈਗੀ, ਇੱਥੇ ਫਿਲਅਪ ਹੈ ਪੈਰਨਕਾਈਮਾ, ਪੈਰਨਕਾਈਮਾ ਇੱਕ ਸੈਲਸ ਦੇ ਨਾਲ ਸਟਰਕਚਰ ਬਣਿਆ ਹੁੰਦਾ ਪੈਰਨਕਾਈਮਾ, ਠੀਕ ਹੈ। ਲਿਵਿੰਗ ਸੈਲਸ ਹੁੰਦੇ ਨੇ, ਉਹ ਸੈਲਸ ਦੇ ਨਾਲ ਜੋ ਸਾਡਾ ਸਟਰਕਚਰ ਹੈ ਫਿਲਅਪ ਹੈ ਸਾਡੀ ਕੈਵਿਟੀ, ਤਾਂ ਅਸੀਂ ਉਹਨੂੰ ਅਸੀਂ ਕੀ ਕਹਾਂਗੇ, ਅਸਿਲੋਮੇਟਸ, ਵੀ ਮਤਲਬ ਨੋ ਕੈਵਿਟੀ, ਕੈਵਿਟੀ ਇਜ਼ ਨੋਟ ਪ੍ਰੈਜ਼ੈਂਟ ਹੇਅਰ, ਦੈਟਸ ਵਾਈ ਵੀ ਆਰ ਸੇਇੰਗ ਦੈਟ ਪੈਰਨਕਾਈਮਾ। ਤੋਂ ਇੱਥੇ ਕਿੱਥੋਂ ਤੋਂ ਕਿੱਥੋਂ ਲੈ ਕੇ ਆਉਂਦੇ, ਕਿਹੜੇ ਫਾਈਲਮ ਤੋਂ, ਅਸੀਂ ਯਾਦ ਕਰਨਾ ਪੋਰੀਫੈਰਾ ਟੂ ਪਲੈਟੀਹੈਲਮਿਨਥੇਸਿਸ। ਪਲੈਟੀਹੈਲਮਿਨਥੇਸਿਸ ਨੂੰ ਹੋਰ ਕੀ ਨਾਮ ਕਿਹਾ ਜਾਂਦਾ, ਫਲੇਟ ਕੀ ਨਾਮ ਕਿਹਾ ਜਾਂਦਾ ਜੀ, ਫਲੈਟ ਵਰਮਸ। ਇਹਦੇ ਵਿੱਚ ਸਾਰੇ ਫਲੈਟ ਵਰਮਸ ਹੋਣਗੇ, ਠੀਕ ਹੈ ਜੀ। ਜਿਵੇਂ ਅਸੀਂ ਐਗਜ਼ਾਮਪਲ ਫੈਸੀਓਲਾ, ਠੀਕ ਹੈ ਜੀ, ਲੀਵਰ ਫਲੂਕ ਜਿਹਨੂੰ ਕਿਹਾ ਜਾਂਦਾ, ਠੀਕ ਹੈ ਜੀ, ਇਹ ਕਿਹਦੀ ਐਗਜ਼ਾਮਪਲ ਹੈ, ਪਲੈਟੀਹੈਲਮਿਨਥੇਸਿਸ ਦੀ ਐਗਜ਼ਾਮਪਲ ਹੈ। ਪੋਰੀਫੈਰਾ, ਸਪੌਂਜਿਸ ਆ ਜਾਂਦੇ ਨੇ ਪੋਰੀਫੈਰਾ 'ਚ, ਠੀਕ ਹੈ ਜੀ, ਸਪੌਂਜਿਸ ਆ ਗਏ, ਸਪੌਂਜੀਲਾ ਆ ਗਿਆ, ਠੀਕ ਹੈ। ਸਾਰੇ ਕੀ ਨੇ ਸਾਡੇ, ਇਹ ਸਾਡੇ ਕੀ ਨੇਗੇ, ਸਾਰੇ ਸਪੌਂਜਿਸ 'ਚ ਆ ਜਾਂਦੇ ਨੇ, ਸਾਡੇ ਪੋਰੀਫੈਰਾ 'ਚ ਆ ਜਾਂਦੇ, ਠੀਕ ਹੈ ਜੀ। ਚਲੋ ਵੀ ਹੋ ਗਿਆ ਆਪਣਾ ਮੰਤਰੀ। ਅਗਲੀ ਗੱਲ ਅਸੀਂ ਕਰਦੇ ਆਂਗੇ ਸਿਡੋਸਿਲੋਮੇਟਸ, ਸਿਡੋਸਿਲੋਮੇਟਸ ਜਾਂ ਫਾਲਸ ਸਿਲੋਮ, ਠੀਕ ਹੈ। ਕੈਵਿਟੀ ਹੋਊਗੀ, ਬਟ ਇੱਥੇ ਅਸੀਂ ਡਿਫਰੈਂਸ ਕੱਢਾਂਗੇ ਕਿਹਦੇ ਵਿੱਚ, ਇਹ ਤੇ ਇਹਦੇ ਵਿੱਚ ਅਸੀਂ ਡਿਫਰੈਂਸ ਦੇਖੋ, ਕੈਵਿਟੀ ਦੋਨਾਂ 'ਚ ਹੋਊਗੀ, ਕੈਵਿਟੀ ਇਜ਼ ਪ੍ਰੈਜ਼ੈਂਟ ਇਨ ਬੋਥ, ਫਾਲਸ ਸਿਲੋਮ ਵਾਲੇ 'ਚ ਵੀ ਹੋਊਗੀ, ਟਰੂ ਸਿਲੋਮ ਵਾਲੇ 'ਚ ਵੀ ਹੋਊਗੀ, ਬਟ ਇੱਥੇ ਡਿਫਰੈਂਸ ਕਿਸ ਦਾ ਆਊਗਾ, ਡਿਫਰੈਂਸ ਇੱਕ ਗੱਲ ਦਾ ਆਊਗਾ, ਕਿਹਦਾ, ਵੀ ਜਿਹੜੀ ਇਹਨਾਂ ਦੀ ਜਿਹੜੀ ਕੈਵਿਟੀ ਹੋਊਗੀ ਉਹ ਲਾਈਨਡ ਅਪ ਹੋਊਗੀ ਕਿਹਦੇ ਨਾਲ, ਮੀਜ਼ੋਡਮ ਲੇਅਰ ਦੇ ਨਾਲ। ਉਹ ਕਿਹਦੇ ਨਾਲ ਲਾਈਨਡ ਅਪ ਹੋਊਗੀ, ਮੀਜ਼ੋਡਮ ਸੈਲਸ ਦੇ ਨਾਲ, ਅਸੀਂ ਜਿਹੜੀ ਕਹਿੰਦੇ ਹਾਂ ਲਾਈਨਿੰਗ, ਜਿਹੜੀ ਮੀਜ਼ੋਡਰਮ ਦੇ ਨਾਲ ਲਾਈਨਿੰਗ ਹੋਊਗੀ, ਠੀਕ ਹੈ। ਜਿਵੇਂ ਮੈਂ ਕਹਤਾ ਮੇਰੀ ਕੈਵਿਟੀ ਹੈ, ਮੇਰੀ ਕੈਵਿਟੀ ਹੈ, ਇਹ ਮੀਜ਼ੋਡਰਮ ਦੇ ਜੇ ਸੈਲਸ ਨਾਲ ਸਰਾਊਂਡਡ ਹੈ, ਮੀਜ਼ੋਡਰਮ ਲੇਅਰ ਦੇ ਨਾਲ ਸਰਾਊਂਡਡ ਹੈ, ਤੇ ਮੈਂ ਕਹਤਾ ਟਰੂ ਸਿਲੋਮੇਟਸ ਨੇ ਜੀ, ਇਹ ਮੇਰੇ ਟਰੂ ਸਿਲੋਮੇਟਸ ਨੇ ਇਹ, ਠੀਕ ਹੈ ਜੀ। ਇੰਨੀ ਗੱਲ ਸਮਝ ਆ ਗਈ ਜੀ, ਵੀ ਟਰੂ ਸਿਲੋਮੇਟਸ ਨੇ ਮੇਰੇ, ਕਿਹੜੇ, ਜਦੋਂ ਮੇਰੀ ਕੈਵਿਟੀ ਹੈ
ਉਹ ਲਾਈਨਡ ਹੈ ਕਿਹਦੇ ਨਾਲ, ਮੀਜ਼ੋਡਰਮ ਦੇ ਨਾਲ, ਠੀਕ ਹੈ। ਮੀਜ਼ੋਡਰਮ ਅਸੀਂ ਪੜ੍ਹੇ ਜਰਮ ਲੇਅਰ ਹੈ, ਠੀਕ ਹੈ। ਮਿਡਲ ਜਰਮ ਲੇਅਰ ਹੁੰਦੀ ਹੈ, ਅੰਦਰਲੀ ਐਂਡੋ ਹੁੰਦੀ ਹੈ, ਬਾਹਰਲੀ ਐਕਟੋ ਹੁੰਦੀ ਹੈ, ਠੀਕ ਹੈ ਜੀ। ਉਹਨੂੰ ਅਸੀਂ ਕਹਿੰਦੇ ਟਰੂਸਲੋਮੇਟਸ। ਹੁਣ ਫਾਲਸ ਸਿਲੋਮ ਉਹ ਹੁੰਦੇ ਨੇ ਜਿਨ੍ਹਾਂ ਦੀ ਜਿਹੜੀ ਲਾਈਨਿੰਗ ਹੈ, ਉਹ ਜਿਹੜੀ ਕੈਵਿਟੀ ਹੈ ਉਹ ਲਾਈਨਡ ਨਹੀਂ ਹੁੰਦੀ ਕਿਹਦੇ ਨਾਲ, ਮੀਜ਼ੋਡਰਮ ਦੇ ਨਾਲ। ਮਤਲਬ ਇਹ ਦੇਖੋ ਕੀ ਕਹਿਣਾ ਚਾਹ ਰਿਹਾ ਮੈਂ, ਕੋਸ਼ਿਸ਼ ਕਰੋ ਸਮਝਣ ਦੀ ਮੇਰੀ। ਦੇਖੋ ਜਿਹੜੇ ਅਸੀਂ ਕਹਤਾ ਫਾਲਸਿਲੋਮ ਵਾਲੇ ਹੁੰਦੇ ਨੇ ਨਾ, ਫਾਲਸਿਲੋਮ ਜਿਹੜੇ ਹੋਊਗਾ ਉਹਦੇ ਵਿੱਚ ਜਿਹੜੀ ਕੈਵਿਟੀ ਹੋਊਗੀ ਉਹ ਸਿੰਪਲ, ਉਹ ਕਿਹਦੇ ਨਾਲ, ਉਹ ਮੀਜ਼ੋਡਰਮ ਦੇ ਨਾਲ ਜਦੋਂ ਲਾਈਨਿੰਗ ਨਹੀਂ ਹੁੰਦੀ, ਮੀਜ਼ੋਡਰਮ ਦੇ ਨਾਲ ਜਦੋਂ ਲਾਈਨਿੰਗ ਨਹੀਂ ਹੁੰਦੀ ਉਦੋਂ ਅਸੀਂ ਉਹਨੂੰ ਕੀ ਕਹਿ ਦਿੰਦੇ ਹੈਗੇ, ਠੀਕ ਹੈ। ਉਦੋਂ ਅਸੀਂ ਉਹਨੂੰ ਕੀ ਕਹਿ ਦਿੰਦੇ ਹਾਂ, ਸਿਡੋਸਿਲੋਮੇਟਸ। ਇਹਨਾਂ ਨੂੰ ਆ ਦੇਖੋ ਇੱਥੇ ਦੇਖੋ, ਲਾਈਨ ਪੜ੍ਹਨ ਦੀ ਕੋਸ਼ਿਸ਼ ਕਰੋ। Here the body cavity is not lined by mesoderm, so mesoderm is a scattered pouch, ਠੀਕ ਹੈ। ਇੱਥੇ ਸੋ ਇਸ ਹੈਲਮਿੰਥਿਸਿਸ ਦੇ ਵਿੱਚ ਸ਼ੋ ਹੁੰਦੀ ਹੈ ਜਿਹੜੀ ਸਾਡੀ ਫਾਲਸਿਲੋਮ ਹੈ, ਠੀਕ ਹੈ। ਕੁਐਸਚਨ ਇੰਪੋਰਟੈਂਟ ਬਣਦਾ ਹੈਗਾ, ਟੈਲ ਮੀ ਦ organism in which the ਸਿਡੋਸਿਲੋਮ ਵਿਲ ਬੀ ਸ਼ੋਨ, ਠੀਕ ਹੈ। ਸਿਡੋਸਿਲੋਮ ਕਿਹੜੇ ਆਰਗੇਨਿਜ਼ਮਸ ਦੇ ਦੁਆਰਾ ਸ਼ੋ ਕੀਤਾ ਜਾਂਦਾ, ਕਿਹੜੇ ਫਾਈਲਮ ਦੇ ਆਰਗੇਨਿਜ਼ਮਸ ਦੇ ਦੁਆਰਾ ਸ਼ੋ ਕੀਤਾ ਜਾਂਦਾ, ਤਾਂ ਅਸੀਂ ਸਿੱਧਾ ਚੁੱਪਚਾਪ ਆਨਸਰ ਦੇ ਦੇਣਾ ਹੈ ਐਸ ਹੈਲਮੈਂਥਿਸਿਸ। ਇਹਨਾਂ ਨੂੰ ਕੀ ਹੋਰ ਕੀ ਕਹਿੰਦਾ, ਰਾਉਂਡ ਵਰਮਸ, ਠੀਕ ਹੈ, ਕਿਹਾ ਜਾਂਦਾ ਹੈ। ਸਿਰਫ ਇਹਨਾਂ ਦੇ ਵਿੱਚ, ਸਿਰਫ ਇਹਨਾਂ ਦੇ ਵਿੱਚ ਸਾਰੇ ਫਾਈਲਮਸ ਤੋਂ ਇਲਾਵਾ ਸਿਰਫ ਇਸੀ ਫਾਈਲਮ ਦੇ ਵਿੱਚ, ਰਾਉਂਡ ਵਰਮਸ ਵਾਲੇ ਵਿੱਚ, ਐਸਕ ਹੈਲਮੈਂਥਿਸਿਸ ਦੇ ਵਿੱਚ, ਐਲਕ ਹੈਲਮੈਂਥਿਸਿਸ ਮੀਨਸ ਵਰਮਸ, ਐਸਕ ਹੈਲਮ ਰਾਉਂਡ ਵਰਮਸ ਹੁੰਦੇ ਨੇ, ਠੀਕ ਹੈ। ਸੋ ਇਹਨਾਂ ਦੇ ਵਿੱਚ ਹੀ ਸਿਰਫ ਜਿਹੜੀ ਸਾਡੀ ਇਹ ਹੈ ਕਿਹੜੀ, ਸਿਡੋਸਿਲੋਮੇਟ, ਜਿਹੜੀ ਫਾਲਸਿਲੋਮ ਹੈ, ਜਿਹੜਾ ਸ਼ੋ ਹੁੰਦਾ ਜਿਹੜਾ ਲਾਈਨ ਨਹੀਂ ਹੁੰਦਾ ਮੀਜ਼ੋਡਰਮ ਦੇ ਨਾਲ। ਬਟ ਇੱਥੇ ਕੀ ਹੁੰਦਾ, ਹੇਅਰ ਸਿਲੋਮ ਇਜ਼ ਇਹ ਲਾਈਨਡ ਹੁੰਦਾ ਕਿਹਦੇ ਨਾਲ, ਮੀਜ਼ੋਡਰਮ ਦੇ ਨਾਲ, ਠੀਕ ਹੈ। ਸੋ ਇਹਨੂੰ ਅਸੀਂ ਟਰੂ ਕਹਿ ਦਿੰਦੇ ਹਾਂ। ਇਹ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਹੁੰਦਾ, ਇਹ ਐਨਾਲਿਡਾ ਤੋਂ ਲੈ ਕੇ ਕੋਡੇਟ ਤੱਕ ਹੁੰਦੀ ਹੈ, ਠੀਕ ਹੈ। ਸਾਡੀ ਜਿਹੜੀ ਕਿਹੜੀ ਸਿਲੋਮ, ਜਿਹੜੀ ਟਰੋਸਿਲੋਮ ਹੁੰਦੀ ਹੈ, ਠੀਕ ਹੈ ਜੀ। ਸਮਝ ਆ ਗਈ ਨਹੀਂ ਗੱਲ, ਚਲੋ ਜੀ, ਵੈਰੀ ਗੁੱਡ। ਅੱਗੇ ਦੇਖੋ, ਬੇਸਿਸ ਆਫ ਕਲਾਸੀਫਿਕੇਸ਼ਨ ਸਿਲੋਮ ਕੈਵਿਟੀ, ਉਹੀ ਗੱਲ ਆ ਗਈ। ਦੇਖੋ ਬਸ ਇਹਨੂੰ ਅੱਗੇ ਥੋੜਾ ਹੋਰ ਅਸੀਂ ਕਹੀਏ ਹੋਰ ਡਿਫਾਈਨ ਕੀਤਾ, ਸਪੇਸ ਬਿਟਵੀਨ ਬੋਡੀ ਵਾਲ ਐਂਡ ਆਈਐਸਟੀ ਕੈਵਿਟੀ ਇਜ਼ ਫਿਲਡ ਵਿਦ ਮੈਟ੍ਰਿਕਸ ਪੈਰਨਕਾਈਮਾ। ਦੇਖੋ ਇੱਥੇ ਦੇਖੋ ਆ ਜਿਹੜੀ ਸਾਡੀ ਕੀ ਹੈਗੀ, ਸਿਲੋਮੇਟ ਹੈ, ਇਹਦੇ ਵਿੱਚ ਕੋਈ ਸਿਲੋਮ ਨਹੀਂ ਹੈ। ਕਿਉਂ, ਕਿਉਂਕਿ ਇਹਦੇ ਵਿੱਚ ਜਿਹੜੀ ਕੈਵਿਟੀ ਹੈ, ਜਿਹੜੀ ਸਾਡੀ ਫਿਲਡ ਹੈ ਕਿਹਦੇ ਨਾਲ, ਪੈਰਨਕਾਈਮਾ। ਮਤਲਬ ਇੱਕ ਅਸੀਂ ਫਿਲਡ ਅਪ ਕੀਤੀ ਹੋਈ ਹੈ ਕਿਹਦੇ ਨਾਲ, ਇੱਕ ਟਿਸ਼ੂ ਦੇ ਨਾਲ ਫਿਲਡ ਅਪ ਹੈਗੀ ਸਾਡੀ। ਸੋ ਇੱਥੇ ਕੋਈ ਕੈਵਿਟੀ ਫ੍ਰੀ ਨਹੀਂ ਹੈਗੀ, ਖਾਲੀ ਨਹੀਂ ਹੈਗੀ, ਤੇ ਇਸ ਨੂੰ ਅਸੀਂ ਕੀ ਕਹਾਂਗੇ, ਅਸਿਲੋਮੇਟਸ ਕਹਾਂਗੇ, ਠੀਕ ਹੈ ਜੀ। ਦੇਖੋ ਲਿਖਿਆ ਹੋਇਆ ਟਿਸ਼ੂ ਫਿਲਡ ਰੀਜਨ, ਠੀਕ ਹੈ। ਟਿਸ਼ੂ ਫਿਲਡ ਹੈ ਸਾਡਾ, ਠੀਕ ਹੈ। ਦੇਖੋ ਆ ਬੋਡੀ ਕਵਰਿੰਗ ਐਕਟੋਡਮ, ਤੇ ਫਿਰ ਅੰਦਰ ਐਂਡੋਡਮ, ਤੇ ਬਜਾਲੇ ਮਿਡੋਡਮ, ਠੀਕ ਹੈ। ਸੋ ਸਿਡੋਸਿਲੋਮੇਟਸ ਫਾਲਸਿਲੋਮ ਜਿਹੜਾ, ਸੋ ਇੱਥੇ ਸਾਡੇ ਕੀ ਹੈ, ਇੱਥੇ ਮੀਜ਼ੋਡਰਮ ਦੇ ਨਾਲ ਲਾਈਨਿੰਗ ਉਸ ਫਾਲਸ ਹੋ ਗਈ, ਠੀਕ ਹੈ। ਇੱਥੇ ਮੀਜ਼ੋਡਰਮ ਦੇ ਨਾਲ ਟਰੂ ਹੋਊਗੀ, ਠੀਕ ਹੈ। ਸੋ ਅੱਜ ਦੇ ਲਈ ਇੰਨਾ ਹੀ। ਅਸੀਂ ਸਿਲੋਮ ਤੱਕ ਪੜ੍ਹ ਚੁੱਕੇ ਹਾਂ, ਸਿਲੋਮ ਕੈਵਿਟੀ ਅਸੀਂ ਪੜ੍ਹ ਚੁੱਕੇ ਹਾਂ, ਲੈਵਲ ਆਫ ਆਰਗੇਨਾਈਜੇਸ਼ਨ ਪੜ੍ਹ ਚੁੱਕੇ ਹਾਂ, ਸਿਮਿਟਰੀ ਪੜ੍ਹ ਚੁੱਕੇ ਹਾਂ, ਸਿਲੋਮ ਪੜ੍ਹ ਚੁੱਕੇ ਹਾਂ, ਠੀਕ ਹੈ। ਹੁਣ ਅੱਗੇ ਅਸੀਂ ਇਸ ਤੋਂ ਬਾਅਦ ਅਗਲੀ ਕਲਾਸ 'ਚ ਹੋਰ ਅੱਗੇ ਕਰਾਂਗੇ, ਠੀਕ ਹੈ। ਥੈਂਕ ਯੂ ਗਾਈਜ਼, ਆਈ ਹੋਪ ਤੁਹਾਨੂੰ ਸਾਰਿਆਂ ਨੂੰ ਸਮਝ ਆਇਆ ਹੋਊਗਾ। ਸੋ ਬਾਏ ਬਾਏ ਐਂਡ ਟੇਕ ਕੇਅਰ, ਠੀਕ ਹੈ ਜੀ, ਟੇਕ ਕੇਅਰ, ਠੀਕ ਹੈ ਜੀ, ਐਂਡ ਥੈਂਕ ਯੂ, ਠੀਕ ਹੈ ਜੀ।